ਜਬਰ ਜਨਾਹ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਨੂੰ ਲੈ ਕੇ ਸੀਨੀਅਰ ਵਕੀਲ ਅਤੇ ਅਕਾਲੀ ਆਗੂ ਹਰੀਸ਼ ਰਾਏ ਟਾਂਡਾ ਪੁੱਜੇ, ਜਿਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਵੀ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵੇਂ ਆਗੂਆਂ ਦਾ ਕਹਿਣਾ ਹੈ ਕਿ ਅਦਾਲਤ ਵੱਲੋਂ 3 ਵਾਰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਬਾਵਜੂਦ ਪੁਲਿਸ ਹਾਲੇ ਤੱਕ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਅਸਫਲ ਰਹੀ ਹੈ। ਬਾਵਜੂਦ ਇਸ ਦੇ ਉਹ ਸ਼ਰੇਆਮ ਪਬਲਿਕ ਰੈਲੀਆਂ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਬੈਂਸ ਨੂੰ ਬਚਾਉਣ ਵਾਸਤੇ ਬਣਾਈ ਗਈ SIT ਤੇ ਵੀ ਹਾਈ ਕੋਰਟ ਸਟੇ ਲਗਾ ਚੁੱਕਾ ਹੈ, ਲੇਕਿਨ ਹਾਲੇ ਤੱਕ ਪੁਲਿਸ ਟਾਲ ਮਟੋਲ ਕਰ ਰਹੀ ਹੈ। ਇਹ ਸਾਫ਼ ਤੌਰ ਤੇ ਸਿਆਸੀ ਸ਼ੈਅ ਦਾ ਨਤੀਜਾ ਹੈ। कि मैं दिलरोज़ का केस लॉजिकल कनकलूजन ते पहुँचाना ਉਹਦੀ मैं डेली बेस ते पैरवी करदा ते अज ਉਹਦੀ सक्सैस प्राप्त हुई है। कमिश्नर साहब ने दस्सिया कि ਉਹਦੇ ਵਿੱਚ एक सर्टिफिकेट है ਜਿਹੜਾ ਉਹ आना रहिंदा सी, पर मैं डायरैक्शन देती है कि ਉਹਦੇ बिना चलान दे दिओ, सर्टिफिकेट बाद च लग जाओ। ਇਹਦੇ बाद मेरी नैक्सट लड़ाई ये होगी कि वो केस डे टू डे लगे तो रब करे 15-20 दिन महीने ਦੇ ਵਿੱਚ फैसला को ना मोड़ ते पहुँच जाए। सो पहली तो ये गल है। दूसरी गल ये है कि टोटल कानून हिंदुस्तान दा सुप्रीम कोर्ट दे ऑर्डर छिक्के टांके जो दुर्गत इस केस कीती है, एक विक्टिम औरत दी जिहड़ी जबर जनाह दी विक्टिम है, 6 महीने दे बाद उहदा केस रजिस्टर हुंदा है अदालत दे हुक्मां नाल, 4 महीने बाद अदालत दे हुक्मां नाल चलान जांदा है। तो ਉਹਦੇ ਬਾਅਦ ਪਹਿਲਾਂ ਬੇਲੇਬਲ ਵਾਰੰਟ, ਫਿਰ ਨੌਨ ਬੇਲੇਬਲ ਵਾਰੰਟ ਕਮਿਸ਼ਨਰ ਸਾਹਿਬ ਦੇ ਥਰੂ, ਉਹਦੀ ਪਾਲਣਾ ਨਹੀਂ, ਫਿਰ ਨੌਨ ਬੇਲੇਬਲ ਵਾਰੰਟ ਕਮਿਸ਼ਨਰ ਸਾਹਿਬ ਨੂੰ ਹਦਾਇਤ ਦੇ ਕੇ ਕਿ ਜੀਓ ਦੀ ਡਿਊਟੀ ਲਾਓ, ਇੱਕ DSP ਦੀ ਡਿਊਟੀ ਲੱਗ ਗਈ, ਫਿਰ ਨਹੀਂ, ਤੀਜੀ ਵਾਰ ਇਹਨਾਂ ਨੂੰ ਆਖਰੀ ਮੌਕਾ ਦੇ ਕੇ ਦਿੱਤਾ ਜਾਂਦਾ ਹੈ। ਤੁਸੀਂ ਆਪ ਜਾਣਦੇ ਹੋ ਪੁਲਿਸ ਦੀ ਪ੍ਰੋਟੈਕਸ਼ਨ ਉਹਨਾਂ ਨੂੰ ਨਿਰੰਤਰ ਹੈ। ਕਦੇ ਰੋਪੜ ਰੈਲੀ ਕਰਦੇ ਹੈ, ਕਦੇ ਨਾਭੇ ਰੈਲੀ ਕਰਦੇ ਹੈ, ਕਦੇ ਜਗਰਾਉਂ ਰੈਲੀ ਕਰਦੇ ਹੈ, कदे लुधियाना नॉर्थ च रैली करते हैं तो पुलिस रिपोर्ट दिंदी है कि सानू वो मिल नहीं रहे, रूपोश होए हुए हैं, लुके हुए हैं। इस तो बड़ी मजाक ते हासे वाली गल हो नहीं सकती। चन्नी साहब जिहड़े मौजूदा मुख मंत्री हैं वो इस लानत दे जिम्मेवार हैं। चन्नी साहब ने पंजाब दे विच कानून नाम की चीज़ है जिहड़ी उसनू नष्ट कर दिता है। बाकी हालात भी तुसीं देख रहे हो रोज़ाना जो हो रहे हैं। ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿਣ ਆਏ ਸੀ, ਕਦ ਤੱਕ ਅਦਾਲਤਾਂ ਦੇ ਹੁਕਮ ਦੀ ਅਵਮਾਨਨਾ ਕਰੋਗੇ? ਪਰ ਕਮਿਸ਼ਨਰ ਸਾਹਿਬ ਨੇ ਇਹੀ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਜ਼ਾਹਰ ਇਹ ਹੁੰਦਾ ਹੈ ਕਿ ਇਹਨਾਂ ਨੂੰ ਹਲੇ ਵੀ ਪੋਲੀਟੀਕਲ ਪ੍ਰੈਸ਼ਰ ਹੈ। ਬਾਵਜੂਦ ਇਹਦੇ ਕਿ ਇੱਕ ਇਨਕੁਆਇਰੀ ਲਾਈ ਗਈ, ਚੰਨੀ ਸਾਹਿਬ ਦੇ ਇਸ਼ਾਰਿਆਂ ਤੇ DGP ਨੇ ਲਾਈ ਫਰੀਦਕੋਟ, ਉਹ ਜਿਹੜੀ ਇਨਕੁਆਇਰੀ ਆ ਉਹ ਹਾਈ ਕੋਰਟ ਨੇ ਸਟੇ ਕਰ ਦਿੱਤੀ ਹੈ। ਲੋਅਰ ਕੋਰਟ ਨੇ ਨੋਟਿਸ ਕੱਢਿਆ DIG ਨੂੰ ਕਿ ਤੂੰ ਇਨਕੁਆਇਰੀ ਮੇਰੇ ਹਦਾਇਤਾਂ ਬਿਨਾਂ ਕਿਵੇਂ ਕਰ ਰਹੇ ਹੈ। ਫਿਰ ਇਹਨਾਂ ਨੇ ਲੋਅਰ ਕੋਰਟ ਦੇ ਆਰਡਰਾਂ ਦੀ ਕੱਲ੍ਹ ਪਟੀਸ਼ਨ ਹਾਈ ਕੋਰਟ ਦਾਇਰ ਕੀਤੀ ਸੀ, ਜਿਹਦੇ 'ਚ ਕੋਈ ਵੀ ਇਹਨਾਂ ਨੂੰ ਰਿਲੀਫ ਨਹੀਂ ਮਿਲਿਆ, ਨੋਟਿਸ ਆਫ ਮੋਸ਼ਨ ਹੋਇਆ। ਪਰ ਦੇਖੋ ਹਾਲਾਤ ਕੀ ਹੈ, ਇੰਨੇ ਮਾੜੇ ਹਾਲਾਤ ਹੋਣ, ਸ਼ਰੇਆਮ ਤੁਰਦੇ ਫਿਰਦੇ ਮੁਲਜ਼ਮ ਰੇਪ ਦੇ ਹੋਣ, ਉਹਨੂੰ ਕੋਈ ਫੜੇ ਹੀ ਨਾ। ਸੋ ਇਹ ਬੜੀ ਦੁਖਦਾਈ ਗੱਲ ਹੈ। ਕੋਲੈਪਸ ਆਫ ਲਾਅ ਹੈ, ਕੋਲੈਪਸ ਆਫ ਸਿਸਟਮ ਹੈ। ਐਂਡ ਉਹ ਬੰਦੇ ਜਿਹੜੇ ਇੰਨੇ ਘਰੌਣੇ ਗੁਨਾਹਗਾਰ ਹੈ ਉਹ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੈ। ਲੋਕਾਂ ਨੂੰ ਵੀ ਸੋਚਣਾ ਪਊਗਾ। ਚਰਚਾ ਦਾ ਵਿਸ਼ਾ ਨੇ ਇੱਕ ਤਾਂ ਉਹ ਬੱਚੀ ਦਾ ਜਿਹੜੀ 3 ਸਾਲ ਦੀ ਨੂੰ ਦਬਾ ਕੇ ਮਾਰਿਆ ਗਿਆ ਸੀਗਾ, ਉਹਦਾ ਚਲਾਨ ਨਹੀਂ ਸੀ ਪੇਸ਼ ਹੋ ਰਿਹਾ, ਅਤੇ ਉਹ ਤਾਂ ਜਦ ਹਰੀਸ਼ ਜੀ ਨੇ ਕਮਿਸ਼ਨਰ ਸਾਹਿਬ ਦੇ ਨੋਟਿਸ ਲਿਆਂਦਾ ਤਾਂ ਕਮਿਸ਼ਨਰ ਸਾਹਿਬ ਨੇ ਦੱਸਿਆ ਕਿ ਉਹ ਚਲਾਨ ਅਸੀਂ ਅੱਜ ਪੇਸ਼ ਕਰਤਾ ਹੈਗਾ। ਦੂਸਰੀ ਇਸ਼ੂ ਇਹ ਸੀਗੀ ਕਿ ਜਿਹੜਾ ਸਿਮਰਜੀਤ ਸਿੰਘ ਬੈਂਸ ਹੈ, ਕੋਰਟ ਨੇ ਉਹਦੇ ਉਲਟ ਬੜਾ ਸਖਤ ਆਰਡਰ ਪਾਸ ਕੀਤਾ ਅਤੇ ਕਮਿਸ਼ਨਰ ਸਾਹਿਬ ਨੂੰ ਹਦਾਇਤ ਕੀਤੀ ਕਿ ਤੁਸੀਂ ਉਹਦੇ ਤਮੀਲ ਕਰਾਉਣੀ ਹੈ ਨੌਨ ਬੇਲੇਬਲ ਵਾਰੰਟਸ ਦੀ। ਦੁਖਾਂਤ ਇਹ ਹੈ ਕਿ ਅੱਜ ਉਹਨਾਂ ਦੇ ਪਿੱਛੇ ਰੇਪ ਦੇ ਕੇਸ ਵਿੱਚ ਮੁਲਜ਼ਮ ਦੀ ਸਰਕਾਰ ਇੰਨੀ ਮਦਦ ਕਰਨ ਲਈ ਜੁਟੀ ਹੋਈ ਹੈ ਕਿ ਨਾ ਉਹ ਅਦਾਲਤ ਦੀ ਨਾ ਉਹ ਕਾਨੂੰਨ ਦੀ ਕੋਈ ਪਰਵਾਹ ਕਰਨ ਨੂੰ ਤਿਆਰ ਨਹੀਂ। ਕਮਿਸ਼ਨਰ ਸਾਹਿਬ ਨੇ ਸੁਣ ਲਿਆ ਜ਼ਰੂਰ, ਪਰ ਉਹਨਾਂ ਦੇ ਰਿਸਪੌਂਸ ਤੋਂ ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਉਹਨਾਂ 'ਤੇ ਬਹੁਤ ਅਕਿਊਟ ਪ੍ਰੈਸ਼ਰ ਹੈ ਕਿ ਇਹਦੇ ਵਿੱਚ ਕਾਰਵਾਈ ਉਹਨਾਂ ਨੂੰ ਕਰਨੀ ਔਖੀ ਲੱਗਦੀ ਹੈ। ਸੋ ਇਦੋਂ ਵੱਡਾ ਦੁਖਾਂਤ ਕਿਸੇ ਇੱਕ ਲੋਕ ਰਾਜ ਦਾ ਕੀ ਹੋ ਸਕਦਾ ਹੈ, ਜਿੱਥੇ ਇੱਕ ਬੇਵਾ ਔਰਤ ਨਾਲ ਜਬਰ ਜਨਾਹ ਹੋਇਆ ਹੋਵੇ, ਉਹ ਇੰਨੇ ਮਹੀਨਿਆਂ ਦੀ ਵਿਚਾਰੀ ਇਕੱਲੀ ਇਸ ਲੜਾਈ ਨੂੰ ਲੜ ਰਹੀ ਹੋਵੇ, ਅਤੇ ਇਹ ਸਰਕਾਰ ਫਿਰ ਮੁੜ ਕੇ ਆਪਣੇ ਆਪ ਨੂੰ ਬੱਚੀਆਂ ਦਾ, ਔਰਤਾਂ ਦਾ ਹਮਦਰਦ ਕਹਾਉਣ ਦੇ ਹੱਕ ਰੱਖ ਸਕਦੀ ਹੈ। ਲਾਹਨਤ ਹੈ ਸਰਕਾਰ 'ਤੇ, ਜਿਹੜੀ ਇੱਕ ਬੇਵਾ ਔਰਤ ਨੂੰ ਰੇਪ ਦੇ ਕੇਸ ਵਿੱਚ ਵੀ ਇਨਸਾਫ ਨਹੀਂ ਦੇ ਸਕੀ,
ਇਦੋਂ ਵੱਡਾ ਗੁਨਾਹ ਕੋਈ ਨਹੀਂ। ਤੇ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਲੋਕ ਰਿਪਰੈਜ਼ੈਂਟੇਟਿਵ ਬਣਨ ਦਾ ਹੱਕ ਕੋਈ ਨਹੀਂ, ਜਿਹੜੇ ਆਪ ਨੁਮਾਇੰਦੇ ਬਣ ਕੇ ਮੁੜ ਕੇ ਇਹੋ ਜਿਹੀਆਂ ਹਰਕਤਾਂ ਕਰਨ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ।